जैसा कि भजन संहिता 113 की 9 में लिखा है, वह बांझ को घर में लड़कों की आनंद करने वाली माता बनाता है। इसी वचन ने इस बहन के जीवन में काम किया। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰਾਜਵਿੰਦਰ ਕੌਰ ਹੈ। ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਅੱਜ ਮੈਂ ਤੁਹਾਨੂੰ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕਰਕੇ ਮੈਰਿਜ ਦੇ 16 ਸਾਲ ਬਾਅਦ ਬੇਬੀ ਨਾਲ ਬਲੈਸ ਕੀਤਾ। ਮੇਰੀ ਗਵਾਹੀ ਕੁਝ ਇਸ ਤਰ੍ਹਾਂ ਹੈ। ਮੇਰੀ ਉਮਰ ਹੁਣ 36 ਸਾਲ ਹੈ। 16-17 ਸਾਲ ਤੋਂ ਹੀ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੋਣੇ ਸ਼ੁਰੂ ਹੋ ਗਏ ਸੀ। ਦੁਸ਼ਟ ਆਤਮਾ ਦੇ ਅਟੈਕ ਕਰਕੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਮੈਂ ਘਰਦਿਆਂ ਨਾਲ ਬਹੁਤ ਲੜਾਈ ਝਗੜਾ ਕਰਦੀ ਸੀ। ਜਦੋਂ ਮੈਂ ਰਾਤ ਨੂੰ ਸੌਣਾ ਮੇਰੇ ਸਰੀਰ ਤੇ ਬਹੁਤ ਦਬਾਅ ਪੈਂਦਾ ਸੀ। ਉਹਦੇ ਕਰਕੇ ਮੈਂ ਕਿਸੇ ਨੂੰ ਆਵਾਜ਼ ਲਗਾਉਣੀ ਤਾਂ ਮੇਰੀ ਆਵਾਜ਼ ਨਹੀਂ ਸੀ ਨਿਕਲਦੀ। ਜਦੋਂ ਮੈਂ ਕਾਲਜ ਜਾਣਾ ਤੇ ਮੈਨੂੰ ਐਵੇਂ ਲੱਗਣਾ ਕਿ ਜਿਸ ਤਰ੍ਹਾਂ ਕੋਈ ਮੇਰੇ ਪਿੱਛੇ ਆ ਰਿਹਾ ਹੈ, ਕਿ ਮੈਨੂੰ ਮਹਿਸੂਸ ਹੁੰਦਾ ਸੀ ਕਿ ਕੋਈ ਮੇਰੇ ਨਾਲ ਹਮੇਸ਼ਾ ਕੋਈ ਚੱਲਦਾ ਪਿਆ ਵਾ। ਤੇ ਉਹਦੇ ਕਰਕੇ ਮੈਨੂੰ ਬਹੁਤ ਡਰ ਲੱਗਦਾ ਸੀ। ਦੁਸ਼ਟ ਆਤਮਾਵਾਂ ਕਰਕੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੇ ਗਈ। ਮੰਮੀ ਮੇਰੇ ਜਗ੍ਹਾਵਾਂ 'ਤੇ ਲੈ ਕੇ ਗਏ ਪਰ ਮੈਨੂੰ ਕਿਤੋਂ ਵੀ ਕੋਈ ਫਰਕ ਨਹੀਂ ਪਿਆ। ਕੋਈ ਡਾਕਟਰ ਕੋਲ ਕੋਈ ਫਰਕ ਨਹੀਂ ਪਿਆ। ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ। 2005 ਵਿੱਚ ਮੇਰੇ ਘਰਦਿਆਂ ਨੇ ਮੇਰੀ ਮੈਰਿਜ ਕਰਤੀ। ਮੈਰਿਜ ਤੋਂ ਬਾਅਦ ਵੀ ਅਟੈਕ ਵਧਣੇ ਸ਼ੁਰੂ ਹੋ ਗਏ। ਮੈਰਿਜ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਮੈਂ ਤੇ ਮੇਰੇ ਹਸਬੈਂਡ ਨੇ ਬੇਬੀ ਪਲਾਨ ਕੀਤਾ ਪਰ ਬੇਬੀ ਸਾਡੇ ਹੋ ਨਹੀਂ ਸੀ ਰਿਹਾ। ਫਿਰ ਉਹਨਾਂ ਨੇ ਮੈਨੂੰ ਗਾਇਨੇਕੋਲੋਜਿਸਟ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਮੇਰੀ ਸਕੈਨ ਕੀਤੀ, ਟੈਸਟ ਕੀਤੇ ਸਾਰੇ। ਉਹਨਾਂ ਨੇ ਮੇਰੀ ਟਿਊਬਾਂ ਚੈੱਕ ਕੀਤੀਆਂ ਔਰ ਉਹਨਾਂ ਨੇ ਦੱਸਿਆ ਕਿ ਤੁਹਾਡੀ ਟਿਊਬ ਇੱਕ ਬਲੋਕੇਜ ਹੈ ਰਾਈਟ ਸਾਈਡ ਵਾਲੀ ਔਰ ਇਨਫੈਕਸ਼ਨ ਬਹੁਤ ਜ਼ਿਆਦਾ ਵਾ, ਜਿਹਦੇ ਕਰਕੇ ਤੁਸੀਂ ਕਨਸੀਵ ਨਹੀਂ ਕਰ ਪਾ ਰਹੇ। ਉਹਨਾਂ ਨੇ ਸਾਨੂੰ ਕਈ ਦਵਾਈਆਂ ਦਿੱਤੀਆਂ। ਅਸੀਂ ਬਹੁਤ ਚਿਰ ਦਵਾਈਆਂ ਖਾਧੀਆਂ ਪਰ ਕੋਈ ਆਰਾਮ ਨਹੀਂ ਆਇਆ ਸਾਨੂੰ। ਡਾਕਟਰ ਨੇ ਸਲਾਹ ਦਿੱਤੀ ਮੇਰੇ ਤੇ ਮੇਰੇ ਹਸਬੈਂਡ ਨੂੰ ਕਿ ਤੁਸੀਂ ਆਪਣੇ IVF ਕਰਵਾ ਲਓ ਤੇ ਉਹਦਾ 4-5 ਲੱਖ ਦਾ ਖਰਚਾ ਵਾ ਤੇ ਉਸ ਤੋਂ ਤੁਹਾਡੇ ਐਗ ਨਹੀਂ ਪਾਸ ਹੋ ਰਹੇ, ਨਾ ਹੀ ਤੁਹਾਡੀ ਟਿਊਬ ਵੀ ਬਲੋਕੇਜ ਹੈ। ਇਸ ਤੋਂ ਬਾਅਦ ਅਸੀਂ 2-3 ਡਾਕਟਰ ਹੋਰ ਦੀ ਸਲਾਹ ਲਈ। ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਸੀਂ IVF ਕਰਵਾ ਲਓ, ਕਿ IVF ਤੋਂ ਬਿਨਾਂ ਨਹੀਂ ਹੋ ਸਕਦਾ। ਔਰ ਨਾਲ ਉਹ ਇਹ ਵੀ ਗੱਲ ਕਹਿੰਦੇ ਸੀ ਕਿ ਕੋਈ ਗਰੰਟੀ ਨਹੀਂ ਹੈ ਕਿ IVF ਵੀ ਤੁਹਾਡਾ ਸਕਸੈਸ ਹੋਏਗਾ ਜਾਂ ਨਹੀਂ, ਵੀ ਇੰਨਾ ਪੈਸਾ ਲਾਉਣ ਦੇ ਬਾਵਜੂਦ ਵੀ ਤੁਹਾਨੂੰ ਪ੍ਰੈਗਨੈਂਸੀ ਹੋਏ ਜਾਂ ਨਾ ਹੋਏ। ਡਾਕਟਰ ਦੀ ਇਹ ਗੱਲ ਸੁਣ ਕੇ ਅਸੀਂ ਬਹੁਤ ਨਿਰਾਸ਼ ਹੋਏ। ਬੇਬੀ ਨਾ ਹੋਣ ਕਰਕੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ। ਮੈਂ ਰੋਂਦੀ ਹੁੰਦੀ ਸੀ। ਜਦੋਂ ਮੈਂ ਗਲੀ 'ਚ ਜਾਣਾ ਤਾਂ ਲੋਕਾਂ ਨੇ ਆਪਣੇ ਬੱਚੇ ਮੇਰੇ ਕੋਲ ਲੁਕਾ ਲੈਣੇ। ਇਹਦੇ ਕਰਕੇ ਮੈਂ ਘਰ ਆ ਕੇ ਬਹੁਤ ਜ਼ਿਆਦਾ ਰੋਣਾ, ਪਰੇਸ਼ਾਨ ਹੋਣਾ ਵਾ। ਘਰ ਆਪਣੇ ਹਸਬੈਂਡ ਨਾਲ ਲੜਨਾ, ਝਗੜਾ ਕਰਨਾ ਕਿ ਮਤਲਬ ਮੇਰੇ 'ਚ ਕੀ ਐਵੇਂ ਕਮੀ ਹੈ ਕਿ ਜਿਸ ਤਰ੍ਹਾਂ ਲੋਕ ਮੇਰੇ ਕੋਲ ਬੱਚੇ ਲੁਕਾਉਂਦੇ ਆ। ਫਿਰ ਰਿਸ਼ਤੇਦਾਰਾਂ ਨੇ ਘਰ ਆ ਕੇ ਕਹਿਣਾ ਕਿ ਤੁਸੀਂ ਮੇਰੇ ਹਸਬੈਂਡ ਵੱਲੋਂ ਕਿ ਉਹਨਾਂ ਦੀ ਦੂਸਰੀ ਮੈਰਿਜ ਕਰ ਦਿਓ, ਕਿ ਇਹਦੇ ਬੇਬੀ ਨਹੀਂ ਹੋਣਾ ਹੈਗਾ, ਜਿਹਦੇ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ। ਡਿਪਰੈਸ਼ਨ ਦੇ ਕਰਕੇ ਮੈਂ ਸਾਰਾ ਦਿਨ ਰੋਂਦੇ ਰਹਿਣਾ, ਨੀਂਦ ਨਹੀਂ ਆਉਣੀ ਮੈਨੂੰ। ਸਾਰੀ ਰਾਤ ਮੈਂ ਜਾਗਦੇ ਰਹਿਣਾ। ਇੰਨੀਆਂ ਗੋਲੀਆਂ ਖਾਣ ਦੇ ਬਾਵਜੂਦ ਵੀ ਮੈਨੂੰ ਕੋਈ ਨੀਂਦ ਨਹੀਂ ਸੀ ਆਉਂਦੀ। ਜਦੋਂ ਲੋਕ ਮੇਰੇ ਵੱਲ ਦੇਖਦੇ ਸੀ ਤੇ ਕਹਿੰਦੇ ਸੀ ਕਿ ਇਹਦੇ ਬੱਚਾ ਨਹੀਂ ਹੋਣਾ ਹੈਗਾ, ਤੁਸੀਂ ਗੋਦ ਲੈ ਲਓ ਬੱਚਾ। ਇਹਨਾਂ 16 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ। ਜਦੋਂ ਵੀ ਕਿਤੇ ਜਾਣਾ ਵੀ ਮਤਲਬ ਲੋਕਾਂ ਨੂੰ ਚੰਗਾ ਨਹੀਂ ਸਮਝਦਾ ਕਿ ਇਹ ਤੇ ਬਾਂਹ ਜਵਾਇਆ, ਇਹਦੇ ਬੱਚਾ ਨਹੀਂ ਹੈਗਾ। ਮੈਂ ਘਰੋਂ ਬਾਹਰ ਜਾਣਾ ਬੰਦ ਕਰਤਾ ਸੀ, ਰਿਸ਼ਤੇਦਾਰਾਂ ਦੇ ਜਾਣਾ ਬੰਦ ਕਰਤਾ ਸੀ। ਕਈ ਵਾਰੀ ਜਦੋਂ ਮੈਨੂੰ ਪੀਰੀਅਡ ਆਉਣ ਵਾਲੇ ਹੁੰਦੇ ਸੀ ਤਾਂ ਮੇਰੇ ਦਿਨ ਉੱਪਰ ਹੋ ਜਾਣੇ ਤੇ ਮੈਨੂੰ ਲੱਗਣਾ ਕਿ ਮੈਂ ਪ੍ਰੈਗਨੈਂਟ ਹਾਂ। ਪਰ ਫਿਰ ਮੈਨੂੰ ਸੁਪਨਾ ਆਉਣਾ ਤੇ ਸੁਪਨੇ 'ਚ ਇੱਕ ਤੇ ਦੁਸ਼ਟ ਆਤਮਾ ਦੇ ਉਹਨੇ ਮੇਰੇ ਪੇਟ 'ਚ ਚਾਕੂ ਮਾਰ ਦੇਣਾ। ਅਗਲੀ ਨੈਕਸਟ ਡੇ ਮੈਨੂੰ ਪੀਰੀਅਡ ਆ ਜਾਣੇ ਤੇ ਮੈਂ ਬਹੁਤ ਨਿਰਾਸ਼ ਹਾਂ ਕਿ ਮੈਨੂੰ ਇਸ ਵਾਰ ਵੀ ਮੈਨੂੰ ਪ੍ਰੈਗਨੈਂਸੀ ਨਹੀਂ ਹੋਈ। ਇਹਨਾਂ 16 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ। ਮੈਨੂੰ ਲੱਗਦਾ ਹੀ ਨਹੀਂ ਸੀ ਕਿ ਮੇਰੇ ਬੇਬੀ ਹੁਣ ਹੋਣਾ ਜਾਂ ਕਿ ਨਹੀਂ ਹੋਣਾ। ਉਸ ਤੋਂ ਬਾਅਦ ਮੈਰਿਡ ਲਾਈਫ ਤੇ ਮੇਰਾ ਬਹੁਤ ਅਸਰ ਪਿਆ ਕਿ ਮੇਰੇ ਤੇ ਮੇਰੇ ਹਸਬੈਂਡ ਦੀ ਬਹੁਤ ਲੜਾਈ ਝਗੜਾ ਸ਼ੁਰੂ ਹੋ ਗਿਆ। ਲੜਾਈ ਝਗੜਾ ਹੋਣ ਕਰਕੇ ਅਸੀਂ ਇੱਕ ਦੂਸਰੇ ਨਾਲ ਬੰਦ ਕਰ ਦੇਣਾ, ਇੱਕ ਦੂਸਰੇ ਨਾਲ ਅਲੱਗ-ਅਲੱਗ ਕਮਰੇ 'ਚ ਸੌਣਾ। ਹਸਬੈਂਡ ਨੇ ਵੀ ਮੇਰੇ ਨਾਲ ਨਹੀਂ ਬੋਲਣਾ ਕਿ ਇਹਦੇ ਬੱਚੇ ਨਾ ਹੋਣ ਕਰਕੇ ਉਹਨਾਂ ਨੇ ਵੀ ਮੇਰੇ ਨਾਲ ਨਿਰਾਸ਼ ਰਹਿਣਾ ਤੇ ਮੈਂ ਹੋਰ ਜ਼ਿਆਦਾ ਮਤਲਬ ਕਿ ਡਿਪਰੈਸ਼ਨ 'ਚ ਜਾਈ ਜਾਣਾ। ਡਿਪਰੈਸ਼ਨ ਵਿੱਚ ਜਾਣ ਦੇ ਕਰਕੇ ਡਾਕਟਰ ਨੇ ਜਦੋਂ ਮੈਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ, ਉਹਨਾਂ ਨੇ ਮੈਨੂੰ ਮੈਡੀਸਿਨ ਦੇ ਤੌਰ ਤੇ 1 ਜਾਂ 2 ਗੋਲੀ ਖਾਣ ਨੂੰ ਕੀਤਾ ਸੀ ਕਿ ਤੁਹਾਨੂੰ ਨੀਂਦ ਆ ਜਾਏ। ਪਰ ਮੈਨੂੰ ਨੀਂਦ ਨਹੀਂ ਸੀ ਆਉਂਦੀ, ਜਿਹਦੇ ਕਰਕੇ ਮੈਂ ਪੂਰੀ ਗੋਲੀਆਂ ਦਾ ਪੱਤਾ ਹੀ ਖਾ ਜਾਂਦੀ ਸੀ। ਮੇਰਾ ਸਹੁਰਾ ਪਰਿਵਾਰ ਮੈਨੂੰ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਲੈ ਕੇ ਗਏ ਪਰ ਕਿਤੋਂ ਵੀ ਮੈਨੂੰ ਕੋਈ ਫਰਕ ਨਹੀਂ ਪਿਆ, ਨਾ ਹੀ ਦੁਸ਼ਟ ਆਤਮਾ ਤੋਂ ਤੇ ਨਾ ਹੀ ਮੈਨੂੰ ਕੋਈ ਬੱਚੇ ਦੀ ਆਸ਼ੀਸ਼ ਮਿਲੀ। ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਜੀਵਾਂ, ਮਰਨ ਨੂੰ ਦਿਲ ਕਰਦਾ ਸੀ ਕਿ ਮਤਲਬ ਇੰਨਾ ਮੈਂ ਆਪਣੀ ਲਾਈਫ ਤੋਂ ਪਰੇਸ਼ਾਨ ਹੋ ਗਈ ਸੀ। ਮੈਨੂੰ ਕੋਈ ਰਾਹ ਹੀ ਨਹੀਂ ਸੀ ਦਿਖਦਾ ਕਿ ਮੈਂ ਕਿੱਥੇ ਜਾਵਾਂ। ਇਸ ਤੋਂ ਬਾਅਦ ਜਦੋਂ ਕਿਸੇ ਬੱਚੇ ਨੂੰ ਮੈਂ ਦੇਖਣਾ ਕਿ ਉਹ ਬੱਚੇ ਨੇ ਆਪਣੀ ਮਾਂ ਨਾਲ ਗੱਲ ਕਰਨੀ, ਉਹਨੂੰ ਮਾਂ ਕਹਿਣਾ ਤੇ ਮੈਨੂੰ ਬਹੁਤ ਹੋਣਾ ਕਿ ਮੇਰਾ ਵੀ ਬੱਚਾ ਹੋਏਗਾ ਤੇ ਮੈਂ ਵੀ ਉਹਦੇ ਨਾਲ ਖੇਲਾਂਗੀ, ਉਹ ਵੀ ਮੈਨੂੰ ਮਾਂ ਕਹੇਗਾ। ਮਤਲਬ ਇਹ ਸ਼ਬਦ ਸੁਣ ਲਈ ਮੈਂ ਬਹੁਤ ਤਰਸ ਚੁੱਕੀ ਸੀ। ਜਦੋਂ ਵੀ ਮੈਂ ਆਪਣੇ ਪੇਕੇ ਪਰਿਵਾਰ ਜਾਣਾ ਤਾਂ ਮੈਂ ਆਪਣੀ ਮਦਰ ਨਾਲ ਕੋਈ ਵੀ ਗੱਲ ਨਹੀਂ ਸ਼ੇਅਰ ਕਰਨੀ, ਕਿਉਂਕਿ
ਮੇਰੇ ਫਾਦਰ ਨਹੀਂ ਹੈਗੇ, ਉਹਦੇ ਕਰਕੇ ਉਹ ਖੁਦ ਹੀ ਪਹਿਲਾਂ ਹੀ ਬਹੁਤ ਪਰੇਸ਼ਾਨ ਰਹਿੰਦੇ ਸੀ ਔਰ ਮੇਰੇ ਵੱਲ ਦੇਖ ਕੇ ਤੇ ਉਹ ਹੋਰ ਪਰੇਸ਼ਾਨ ਹੁੰਦੇ ਸੀ ਕਿ ਇਹਦੇ ਬੇਬੀ ਨਹੀਂ ਹੈਗਾ। ਮੈਂ ਖੁਦ ਇੱਕ ਸਟਾਫ ਨਰਸ ਹਾਂ, ਮੈਡੀਕਲ ਲਾਈਨ ਦਾ ਖੁਦ ਮੈਨੂੰ ਐਕਸਪੀਰੀਅੰਸ ਸੀ। ਫਿਰ ਵੀ ਇਸ ਦੇ ਹੋਣ ਦੇ ਬਾਵਜੂਦ ਵੀ ਮਤਲਬ ਮੈਂ ਇਸ ਚੀਜ਼ ਤੋਂ ਨਿਕਲ ਨਹੀਂ ਸੀ ਪਾ ਰਹੀ ਕਿ ਮੇਰੇ ਬੇਬੀ ਕਿਉਂ ਨਹੀਂ ਹੋ ਰਿਹਾ, ਜਾਂ ਮੈਨੂੰ ਬਹੁਤ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਇੰਨਾ ਕੁਝ ਨੌਲੇਜ ਹੋਣ ਦੇ ਬਾਵਜੂਦ ਵੀ ਮੈਨੂੰ ਨਹੀਂ ਸੀ ਪਤਾ ਚੱਲ ਰਿਹਾ ਕਿ ਮੇਰੇ ਬੇਬੀ ਕਿਉਂ ਨਹੀਂ ਹੋ ਰਿਹਾ। ਇਹਨਾਂ 16 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ। ਮੈਨੂੰ ਲੱਗਦਾ ਹੀ ਨਹੀਂ ਸੀ ਕਿ ਮੇਰੇ ਬੇਬੀ ਹੁਣ ਹੋਣਾ ਜਾਂ ਕਿ ਨਹੀਂ ਹੋਣਾ। ਮੈਂ ਪੂਰੀ ਆਸ ਹੀ ਛੱਡ ਚੁੱਕੀ ਸੀ। ਇੱਕ ਤਾਂ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀ, ਦੂਸਰਾ ਮੇਰੇ ਬੇਬੀ ਨਹੀਂ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਕਿ ਮੈਂ ਇਹ ਚੀਜ਼ ਤੋਂ ਕਿੱਦਾਂ ਬਾਹਰ ਆਵਾਂ। ਜਿੱਥੇ ਮੈਂ ਜੌਬ ਕਰਦੀ ਸੀ ਉੱਥੇ ਮੇਰੇ ਨਾਲ ਇੱਕ ਸਿਸਟਰ ਸੀ, ਉਹਨਾਂ ਨੇ ਮੈਨੂੰ ਖਾਂਬਰਾ ਚਰਚ ਬਾਰੇ ਦੱਸਿਆ ਕਿ ਤੁਸੀਂ ਚਰਚ ਜਾਓ, ਤੁਹਾਨੂੰ ਜ਼ਰੂਰ ਫਰਕ ਪਏਗਾ, ਪਰਮੇਸ਼ਰ ਤੁਹਾਨੂੰ ਬੇਬੀ ਵੀ ਨਾਲ ਬਲੈਸ ਕਰੇਗਾ। ਤੇ ਮੈਂ ਉਹਦੀ ਗੱਲ ਸੁਣ ਕੇ ਮੈਨੂੰ ਵਿਸ਼ਵਾਸ ਹੋਇਆ। 25 ਦਸੰਬਰ 2016 ਨੂੰ ਪਹਿਲੀ ਵਾਰ ਮੈਂ ਤੇ ਮੇਰੇ ਹਸਬੈਂਡ ਖਾਂਬਰਾ ਚਰਚ ਆਏ। ਚਰਚ 'ਚ ਆਉਣ ਤੋਂ ਬਾਅਦ ਅਸੀਂ ਗਵਾਹੀਆਂ ਸੁਣੀਆਂ ਕਿ ਕਿਸੇ ਨੂੰ ਬੇਬੀ 16 ਸਾਲ ਬਾਅਦ ਪਰਮੇਸ਼ਰ ਬੇਬੀ ਦੇ ਰਿਹਾ, ਕਿਸੇ ਨੂੰ 17 ਸਾਲ ਬਾਅਦ ਦੇ ਰਿਹਾ। ਮੇਰਾ ਵਿਸ਼ਵਾਸ ਵੱਧ ਗਿਆ ਕਿ ਪਰਮੇਸ਼ਰ ਮੈਨੂੰ ਵੀ ਇੱਕ ਦਿਨ ਜ਼ਰੂਰ ਬੇਬੀ ਨਾਲ ਬਲੈਸ ਕਰਨਗੇ, ਦੁਸ਼ਟ ਆਤਮਾ ਤੋਂ ਆਜ਼ਾਦ ਕਰਨਗੇ। ਅਸੀਂ ਲਗਾਤਾਰ ਚਰਚ ਆਉਂਦੇ ਰਹੇ, ਪਰਮੇਸ਼ਰ ਨਾਲ ਜੁੜੇ ਰਹੇ, ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਰਹੇ। 12 ਫਰਵਰੀ 2017 ਵਿੱਚ ਜਦੋਂ ਅਸੀਂ ਖਾਂਬਰਾ ਚਰਚ ਵਿੱਚ ਆਏ ਤਾਂ ਪਰਮੇਸ਼ਰ ਦੇ ਦਾਸ ਨੇ ਮਾਸ ਪ੍ਰੇਅਰ ਦੇ ਦੌਰਾਨ ਕਲੀਸਿਆ ਵਿੱਚ ਆ ਕੇ ਮੇਰੇ ਤੇ ਸਿਰ ਤੇ ਹੱਥ ਰੱਖ ਕੇ ਪ੍ਰੇਅਰ ਕੀਤੀ। ਉਸੇ ਟਾਈਮ ਮੈਨੂੰ ਆਉਣ ਲੱਗਾ ਜਿਵੇਂ ਮੇਰੇ 'ਚ ਕੋਈ ਚੀਜ਼ ਬਾਹਰ ਨਿਕਲ ਕੇ ਗਈ ਹੈ ਤੇ ਉਸ ਤੋਂ ਬਾਅਦ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਗਈ। ਦੁਨੀਆ ਵਸਾਈਏ ਨਾ ਵਿੱਚ ਨਜ਼ਰਾਂ ਦੇ, ਦੁਨੀਆ ਵਸਾਈਏ ਨਾ ਰੋਗ ਮਾਤ ਵਾਲਾ ਜ਼ਿੰਦਗੀ ਨੂੰ ਲਾਈਏ ਨਾ, ਰੋਗ ਮਾਤ ਵਾਲਾ ਜ਼ਿੰਦਗੀ ਨੂੰ ਲਾਈਏ ਨਾ, ਯਿਸੂ ਬਾਕੀ ਉੱਤੇ ਨਜ਼ਰਾਂ ਟਿਕਾਈਏ। ਜਦੋਂ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋਈ ਉਸ ਤੋਂ ਬਾਅਦ ਮੈਂ ਬਹੁਤ ਹੈਰਾਨ ਹੋਈ ਤੇ ਮੇਰਾ ਵਿਸ਼ਵਾਸ ਹੋਰ ਵੱਧ ਗਿਆ ਕਿ ਪਰਮੇਸ਼ਰ ਜੇ ਮੈਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕਰ ਸਕਦਾ ਤਾਂ ਮੈਨੂੰ ਬੇਬੀ ਨਾਲ ਵੀ ਬਲੈਸ ਕਰ ਸਕਦਾ। ਤੇ ਮੈਂ ਲਗਾਤਾਰ ਆਉਣਾ ਸ਼ੁਰੂ ਕਰਤਾ ਚਰਚ ਤੇ ਮੈਂ ਲਗਾਤਾਰ ਪਰਮੇਸ਼ਰ ਦੇ ਵਿੱਚ ਬਣੀ ਰਹੀ, ਪਰਮੇਸ਼ਰ ਦੇ ਵਚਨਾਂ ਤੇ ਚੱਲਦੀ ਰਹੀ। ਉਸੇ ਦੌਰਾਨ ਪਰਮੇਸ਼ਰ ਦਾਸ ਨੇ ਪ੍ਰੇਅਰ ਕੀਤੀ ਕਿ ਤੁਹਾਡੇ ਬੰਦ ਗਰਭ ਬੰਦ ਨਾਲੀਆਂ ਖੁੱਲ ਰਹੀਆਂ ਵਾ। बड़े काम परमेश्वर करने जा रहे हैं, बड़े काम मैंने कहा वो करने जा रहे हैं। आपकी नाड़ियों को वो खोल देगा, आपके बंद गर्भ को वो खोल देगा। आप इस अनॉइंटिंग के नीचे आप ब्लेस हो, मैंने कहा यीशु मसीह के नाम। अगर आप बिलीव करें तो, अगर आप बिलीव करें तो आमीन। मैं अपने पेट ते हथ रख के रिसीव किया। ਜਦੋਂ ਮੈਂ ਅਗਲੇ ਦਿਨ ਚੈੱਕ ਕੀਤਾ ਤਾਂ ਮੇਰਾ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਆਇਆ। ਇਹਨਾਂ 16 ਸਾਲਾਂ ਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਆਪਣੇ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਦੇਖਿਆ ਤੇ ਮੈਂ ਬਹੁਤ ਹੈਰਾਨ ਹੋਈ, ਮੈਂ ਬਹੁਤ ਖੁਸ਼ ਹੋਈ। ਜਦੋਂ ਮੇਰੇ ਹਸਬੈਂਡ ਨੂੰ ਤੇ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ ਤੇ ਅਸੀਂ ਬਹੁਤ ਹੈਰਾਨ ਹੋਏ, ਮੇਰੇ ਹਸਬੈਂਡ ਬਹੁਤ ਹੈਰਾਨ ਹੋਏ ਤੇ ਸਾਡੇ ਅੱਖਾਂ 'ਚ ਅੱਥਰੂ ਆ ਗਏ। ਸਾਨੂੰ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਸੀਂ ਦੋਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਕਿ ਪਰਮੇਸ਼ਰ ਨੇ ਸਾਡੀ ਇੰਨੀ ਦੇਰ ਬਾਅਦ ਸਾਡੀ ਸ਼ਰਮਿੰਦਗੀ ਨੂੰ ਦੂਰ ਕੀਤਾ। 24 ਮਈ 2021 ਨੂੰ ਪਰਮੇਸ਼ਰ ਨੇ ਮੈਨੂੰ ਮੈਰਿਜ ਦੇ 16 ਸਾਲ ਬਾਅਦ ਇੱਕ ਹੈਲਦੀ ਬੇਬੀ ਬॉय ਨਾਲ ਬਲੈਸ ਕੀਤਾ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਭੈਣਾਂ ਦੇ ਅਜੇ ਬੇਬੀ ਨਹੀਂ ਆ ਉਹ ਪਰਮੇਸ਼ਰ 'ਚ ਆਉਣ, ਪਰਮੇਸ਼ਰ ਤੇ ਵਿਸ਼ਵਾਸ ਰੱਖਣ, ਕਿਉਂਕਿ ਪਰਮੇਸ਼ਰ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਹੈ। ਉਹ ਜ਼ਿੰਦਾ ਪਰਮੇਸ਼ਰ ਹੈ, ਉਹ ਨੇੜੇ ਹੋ ਕੇ ਸੁਣਨ ਵਾਲਾ ਪਰਮੇਸ਼ਰ ਹੈ। ਜਿਸ ਤਰ੍ਹਾਂ ਉਹਨੇ ਮੇਰੀ ਸ਼ਰਮਿੰਦਗੀ ਨੂੰ ਦੂਰ ਕੀਤਾ, ਉਹ ਤੁਹਾਡੀ ਵੀ ਸ਼ਰਮਿੰਦਗੀ ਨੂੰ ਦੂਰ ਕਰੇਗਾ ਤੇ ਤੁਹਾਨੂੰ ਬੱਚੇ ਦੇ ਨਾਲ ਬਲੈਸ ਕਰੇਗਾ। ਇਸ ਵੱਡੀ ਆਸ਼ੀਸ਼ ਦੇ ਲਈ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਪਰਮੇਸ਼ਰ ਦੇ ਦਾਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ। जैसे कि बाइबल में लिखा है,
वह थके हुए को बल देता है और शक्तिहीन को बहुत सामर्थ्य देता है। इसी वचन के द्वारा परमेश्वर ने इन्हें गवाही के साथ खड़ा किया। सबको जय मसीह की। मेरा नाम प्रीति है। मैं जालना औरंगाबाद महाराष्ट्र में रहने वाली हूँ और आज मैं अपने जीवन की गवाही आप सभी के साथ बांटना चाहती हूँ। अक्टूबर 2019 की बात है, जब मैं कहीं पर मेरे फ्रेंड के साथ एक्टिवा के ऊपर जा रही थी और जब बाइक चलाते चलाते जब मैं घर पर रिटर्न आ रही थी तो बीच रास्ते में मेरा एक्सीडेंट हुआ। जब एक्सीडेंट हुआ तो हम गड्ढे में गिर गए और जब गड्ढे में गिर गए तो मेरा राइट घुटना जो है वो पूरी तरीके से गड्ढे के अंदर था और जो मेरे साथ फ्रेंड थी वो भी गिर गई थी और वो पूरी गाड़ी एक्टिवा मेरे ऊपर आई थी। एक पैर पूरा फोल्ड हो गया था और जब लोग हमें उठाने के लिए आए, उसे उठाया तो वो तुरंत उठ गई, लेकिन जब वो मुझे उठाने के लिए आए तो मैं उठ गई, लेकिन मेरा पैर बिल्कुल भी ज़मीन पर नहीं टिक रहा था। ये राइट लेग जो है बिल्कुल ज़मीन पर नहीं टिक रहा था। ये राइट लेग पर ऐसा लग ही नहीं रहा था कि मेरे पास पैर है। जब मैंने अपने घर वालों को फ़ोन किया तो वो आए और जब वो आए तो उन्होंने मुझे गाड़ी में लिटाकर प्राइवेट हॉस्पिटल में लेके गए। जब हम हॉस्पिटल में गए फिर मुझे एक्सरे रूम में लेके गए। मेरे घुटने के पूरे पैर के एक्सरे निकाले तो भी डॉक्टर को समझ में नहीं आ रहा था। जब डॉक्टर को समझ में नहीं आ रहा था कि हुआ क्या, एक्सरे में पता नहीं चल रहा था, तो उन्होंने हमें MRI करने के लिए कहा और जब उन्होंने MRI करने के लिए कहा हम गए और MRI करवाया और जब MRI करवाया तब डॉक्टर को कुछ चीज़ें पता चली। फिर उन्होंने मेरे हस्बैंड को बुलाया और उन्हें बताया कि उनके जो घुटना है राइट साइड का, उसके अंदर जो छोटी छोटी वीन्स होती, छोटी छोटी नसें होती है, वो टूट गई है। इतना बड़ा फटका उनको लगा है और आगे पीछे भी पूरी स्वेलिंग हो गई है और ये जो नसें टूटी है उसका इलाज हो नहीं सकता क्योंकि बहुत छोटी छोटी नसें होती है। फिर डॉक्टर ने सजेस्ट किया मेरे हस्बैंड को कि कुछ दिनों के लिए हम उन्हें प्लास्टर लगवाएंगे। जब डॉक्टर ने मेरे पैर पर पूरा प्लास्टर लगा दिया, पूरे पैर पर घुटने तक, थाइस तक मेरे प्लास्टर लगवाया था और बहुत ज़्यादा पेन था। फिर प्लास्टर लगवाने के बाद हम घर पर चले गए, लेकिन जब घर पर चले गए तो प्लास्टर होने के वजह से मैं कुछ नहीं कर सकती थी। हर चीज़ करने के लिए मुझे सहारा लेना पड़ता था। मैं खुद होकर उठ नहीं सकती थी, वॉशरूम नहीं जा सकती थी, कुछ भी चीज़ नहीं कर सकती थी। बैठने के लिए भी मुझे सहारा लेना पड़ता था। फिर कुछ दिनों बाद हम दोबारा डॉक्टर के पास गए। फिर डॉक्टर ने जो प्लास्टर है उसे निकाल देने के लिए कहा। फिर जब प्लास्टर को निकाल दिया गया फिर डॉक्टर ने हमसे कहा कि जो सूजन थी वो तो ख़त्म हो गई, लेकिन जो घुटने में जो नसें टूटी हुई है छोटी वाली, उसका कुछ नहीं किया जा सकता। उसके अंदर जो पेन है, जो दुख है, जो भी तकलीफ है वो आपको सहन करनी पड़ेगी। फिर हमने डॉक्टर को पूछा कि इस चीज़ का कोई हल है, तो डॉक्टर ने हमें कहा आपको इस चीज़ के लिए सर्जरी करवानी पड़ेगी। फिर डॉक्टर ने जब मुझे सर्जरी के लिए कहा तो इतनी कम उम्र में सर्जरी करना मेरे लिए बहुत चैलेंजिंग था, इसलिए मैं नहीं चाहती थी कि सर्जरी को करूं। तो इसीलिए मैंने डॉक्टर से कहा कि आप कोई दवाइयों के द्वारा मेरे घुटने को ठीक कर सकते हो, तो आप कोई ट्रीटमेंट मेडिसिन की मेरे लिए चालू कर दो। फिर डॉक्टर ने मेरे लिए मेडिसिन की ट्रीटमेंट चालू कर दी। उसके अंदर उन्होंने इंजेक्शंस, हेवी डोसेस मुझे चालू कर दिए और जो हेवी डोसेस थे वो स्टेरॉइड थे। स्टेरॉइड देना उन्होंने शुरू कर दिया और जब मैं स्टेरॉइड लेने लगी मुझे इतनी ज़्यादा तकलीफ होने लगी कि मेरे मुंह में छाले गिरने लगे। मैं और भी ज़्यादा परेशान हो गई। इसी के कारण मैं सारा दिन बेड के ऊपर ही रहती थी। ज़्यादा से ज़्यादा समय बेड पर रहने के कारण मेरा वेट भी बढ़ गया था और वेट बढ़ने की वजह से और भी मुझे निराशा और डिप्रेशन फील हो रहा था। इसकी वजह से मैं ना चौकड़ी डाल सकती थी, ना नीचे बैठ सकती थी, ना घुटनों पर आकर कोई चीज़ कर सकती थी। और जब सीढ़ियाँ चढ़ती थी तो बहुत डर लगता था क्योंकि डॉक्टर ने बोला था कि वेट बढ़ने की वजह से आपका घुटना टूट भी सकता है, पैर टूट सकता है। मेरे अंदर बहुत ज़्यादा डर आ गया था। जब रात को मैं सोती थी तो मुझे नींद नहीं आती थी, करवट लेने में मुश्किल होती थी। जब मैंने इंजेक्शंस भी लगवा कर देख लिए, मेडिसिन भी खाकर देख लिए, स्टेरॉइड के हेवी डोसेस दे रहे थे डॉक्टर, वो भी सब ट्रीटमेंट करके देख ली, तो भी उससे कोई भी मुझे असर नहीं हो रहा था। फिर कुछ समय के बाद हम फिजियोथेरेपिस्ट के पास गए। जब मैं फिजियोथेरेपिस्ट के पास गई उन्होंने कुछ एक्सरसाइज सजेस्ट किए और जब उन एक्सरसाइजेस को मैंने किया कुछ दिनों के लिए तब भी कोई असर नहीं हो रहा था।
फिर भी मेरे घुटने में स्वेलिंग थी, घुटना बिल्कुल ठीक होने का नाम नहीं ले रहा था। फिर एक दिन मेरे हस्बैंड को यूट्यूब के माध्यम से अंकुर नरोला मिनिस्ट्रीज के बारे में पता चला कि परमेश्वर कैसे इस मिनिस्ट्री में बड़े बड़े काम करता है, और उन्होंने यही चीज़ मुझसे शेयर की, मुझे बताया। फिर मैंने यूट्यूब पर अंकुर नरोला मिनिस्ट्रीज के वीडियो देखना शुरू कर दिया। बहुत सारी गवाहियों को मैं सुन रही थी, जैसे कई सालों से लोगों को बच्चे नहीं हो रहे थे, उनको बच्चे हो रहे थे, कैंसर जो है वो हील हो रहे थे, लंगड़े जो है वो चल रहे थे। जब मैंने बहुत सारे अद्भुत कामों को और चंगाइयों को होते हुए देखा तो मेरा बहुत ज़्यादा विश्वास बढ़ गया। फिर 9 जुलाई 2023 में मैं पहली बार अपने हस्बैंड के साथ फर्स्ट टाइम खमरा चर्च में आई, और जैसे मैं चर्च में आई मुझे बहुत अच्छा लगा। चर्च में बहुत ज़्यादा परमेश्वर की उपस्थिति महसूस हो रही थी। फिर उस दिन अपोस्टल जी ने हड्डियों के रोगों के लिए, बॉडी के लिए, सिस्टम के लिए, ब्लड के रोगों के लिए प्रार्थना की। मैं आपको टच करता, बॉडी को, सिस्टम को, ब्लड को, हड्डियों को टच करो। अगले 5 मिनट यीशु मसीह के सामर्थ्य नाम टच करो, टच करो, टच करो, टच करो। और जैसे ही मैं उस प्रार्थना को रिसीव कर रही थी, पवित्र आत्मा ने मुझे छुआ, और जैसे पवित्र आत्मा ने मुझे छुआ, मेरे पूरे बॉडी में मुझे गर्माहट महसूस हो रही थी। और ऐसे उस प्रार्थना में ऐसे लग रहा था कि मेरे सर में जो भी भारीपन है, जो भी डिप्रेशन है, जो भी बोझ है, वो निकल रहा है, वो मुझे छोड़कर जा रहा है। और जैसे ही मैंने अपने आप को चेक किया, केवल मेरे डिप्रेशन ही ख़त्म नहीं हुआ था, लेकिन मेरे जो घुटने में दर्द था वो भी ख़त्म हो गया। मैं चौकड़ी डाल के बैठने की कोशिश किया तो मैं तुरंत बैठ गई, मैं खड़ी हो गई, चलने लगी, एकदम नॉर्मल मुझे फील हुआ। कोई स्वेलिंग, कोई सूजन मेरे घुटने में मौजूद नहीं थी। पूरी तरीके से मेरा घुटना ठीक हो गया था। उस दिन के बाद मैं पूरी तरीके से ठीक हो गई। आज तक मुझे कोई प्रॉब्लम नहीं हुई। सारा जो काम मैं नहीं कर सकती थी वो काम मैंने करना शुरू कर दिया। किचन के काम हो, घर के काम हो या बाहर के काम हो, चलना फिरना हो, ट्रैवलिंग करना हो, जो चीज़ें पहले नहीं कर सकती थी वो सारी चीज़ें मैंने करना शुरू कर दिया। अभी मैं पूरी तरीके से मेंटली और फिजिकली पूरी तरीके से ठीक हूँ। किसी भी प्रकार की कोई भी प्रॉब्लम मेरे अंदर नहीं है। जो लोग बेड पर हैं, जो लोग शिकंजे के सहारे चलते हैं, बीमारी में है, निराशा में है, डिप्रेशंस में है, मेंटली स्ट्रेस में है, उन लोगों को मैं एक ही बात कहना चाहती हूँ। परमेश्वर का वचन कहता है जो उस पर भरोसा करते हैं वे कभी लज्जित नहीं होते। जैसे परमेश्वर ने मुझे डिप्रेशन से बाहर निकाला, मेरे घुटने को पूरी तरीके से ठीक किया, मुझे पूरी चंगाई दी, वैसे परमेश्वर आपको भी पूरी चंगाई देगा। अभी मैं बहुत खुश हूँ। इस बड़ी परमेश्वर का धन्यवाद करती हूँ और परमेश्वर के दास का भी धन्यवाद करती हूँ। सबको जय मसीह की।